कारो परसिए तो कश लागे दाग। कबीर राम ना चेत्यो जरा पहुँच्यो आए। लागी मंदिर द्वार ते अब क्या काढ़िया जाए। लागी मंदिर द्वार ते अब क्या काढ़िया जाए। मैं मूर्ख की केतक बात है। कोट पराधी तरिया रे। गुरु नानक जिन सुनिया पेखिया। से फिर गर्भास ना परिया रे। गुरु नानक जिन सुनिया पेखिया। से फिर गर्भास ना परिया रे। सम्मानयोग गुरु की साजी हुई गुरु रूप साध संगत जी, ਵੱਡੇ ਭਾਗ ਹਨ ਸਾਡੇ ਜੋ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸਜ ਕੇ ਗੁਰੂ ਸਾਹਿਬ ਜੀ ਦੀ ਬਾਣੀ ਅਤੇ ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕਰਨ ਦਾ ਐਸਾ ਸੋਹਣਾ ਸੁੰਦਰ ਸਮਾਂ ਮਾਲਕ ਨੇ ਕਿਰਪਾ ਕਰਕੇ ਸਾਡੇ 'ਤੇ ਤਰਸ ਕਰਕੇ ਸਾਨੂੰ ਬਖਸ਼ਿਆ ਹੈ। ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪ੍ਰਥਮ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਹੈ, ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਸੋਹੀ ਰਾਗ ਦੇ ਵਿੱਚ ਫਰਮਾਉਂਦੇ ਨੇ। ਇਹ ਸ਼ਬਦ 739 ਅੰਗ ਤੋਂ ਆਰੰਭ ਹੋ ਕਰ ਨੀਚੇ ਵਾਲੇ ਪਾਸੇ ਤੋਂ ਤੇ 740 ਅੰਗ ਤੇ ਸੰਪੂਰਨ ਹੋ ਜਾਂਦਾ ਹੈ। ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਪਿਆਰਿਆਂ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਦਰਸ਼ਨ ਕਰਕੇ ਕਰੋੜਾਂ ਜਨਮਾਂ ਦੇ ਪਾਪ ਲਹਿੰਦੇ ਆ, ਜਿਨ੍ਹਾਂ ਨੂੰ ਮਿਲ ਕੇ ਇਹ ਸੰਸਾਰ ਤੋਂ ਤਰ ਜਾਈਦਾ ਹੈ। ਉਹੀ ਬੰਦੇ ਦੇ ਅਸਲੀ ਸੱਜਣ ਤੇ ਮਿੱਤਰ ਹਨ, ਜਿਨ੍ਹਾਂ ਨੂੰ ਮਿਲ ਕੇ ਪਰਮਾਤਮਾ ਨਾਲ ਸਨੇਹ ਪਿਆਰ ਮੁਹੱਬਤ ਪੈਦਾ ਹੁੰਦੀ ਆ ਜਾਂ ਨਾਮ ਚਿੱਤ ਆਉਂਦਾ, ਜਿਨ੍ਹਾਂ ਦਾ ਸ਼ਬਦ ਸੁਣ ਕੇ ਮਨ ਨੂੰ ਚੈਨ ਆਉਂਦਾ, ਜਿਨ੍ਹਾਂ ਦੀ ਸੇਵਾ ਕੀਤਿਆਂ ਜਮਦੂਤ ਜਿਹੜੇ ਆ ਵਿਕਾਰ ਮਾੜੀਆਂ ਆਦਤਾਂ ਜਿਹੜੀਆਂ ਹਨ ਉਹ ਦੂਰ ਹੁੰਦੀਆਂ ਨੇ, ਜਿਨ੍ਹਾਂ ਦੀ ਸੰਗਤ ਕੀਤਿਆਂ ਧੀਰਜ ਆਉਂਦਾ ਮਨ ਨੂੰ, ਜਿਨ੍ਹਾਂ ਦੇ ਕੋਲ ਰਹਿ ਕੇ ਮੁਖ ਉਜਲਾ ਹੁੰਦਾ। ਐਸੇ ਰੱਬ ਦੇ ਪਿਆਰੇ ਪ੍ਰਭੂ ਨੇ ਆਪ ਹੀ ਸਵਾਰੇ ਆ।
ਉਹਨਾਂ ਦੀ ਸ਼ਰਨ ਵਿੱਚ ਰਹਿ ਕੇ ਹੀ ਬਹੁਤ ਲੋਕਾਂ ਨੇ ਆਪਣੀ ਜੂਨ ਸਵਾਰ ਲਈ ਆ, ਜ਼ਿੰਦਗੀ ਬਣਾ ਲਈ ਆ। ਉਹਨਾਂ ਤੋਂ ਗੁਰੂ ਅਰਜਨ ਦੇਵ ਜੀ ਸਦਕੇ ਜਾ ਰਹੇ ਆ, ਕੁਰਬਾਨ ਜਾਂਦੇ ਆ। ਐਸੇ ਗੁਰਸਿੱਖਾਂ ਤੋਂ ਜਿਨ੍ਹਾਂ ਨੇ ਆਪ ਆਪਣਾ ਜੀਵਨ ਸੋਹਣਾ ਬਣਾਇਆ ਤੇ ਦੂਜਿਆਂ ਨਾਲ ਵੀ ਉਹਨਾਂ ਨੂੰ ਸਿੱਧੇ ਪਾਸੇ ਲਾ ਕੇ ਵਾਹਿਗੁਰੂ ਨਾਲ ਪ੍ਰੀਤ ਬਣਾਈ ਆ। ਇਹ ਸੋ ਸ਼ਬਦ ਹੈ, ਆਓ ਆਪਾਂ ਇਹਨੂੰ ਸਮਝੀਏ। ਹੁਣ ਜਿਹੜੀ ਸਿੱਖਾਂ ਦੀ ਅਰਦਾਸ ਆ, ਸਾਡੀ ਸਿੱਖੀਜ਼ਮ ਦੇ ਵਿੱਚ ਜਦੋਂ ਆਪਾਂ ਸਮਾਪਤੀ ਕਰਦੇ ਹਾਂ, ਇੱਕ ਬਚਨ ਆਉਂਦਾ ਉਹਦੇ ਵਿੱਚ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਅਰਦਾਸ ਦਾ ਭਾਵ ਇਹ ਹੁੰਦਾ ਕਿ ਸਾਰਾ ਦਿਨ ਸਾਨੂੰ ਬਹੁਤ ਲੋਕ ਮਿਲਦੇ ਆ, ਪਰ ਹੇ ਵਾਹਿਗੁਰੂ ਕਿਰਪਾ ਕਰੀ, ਹਮੇਸ਼ਾ ਮੈਨੂੰ ਅਜਿਹਾ ਗੁਰਸਿੱਖ ਹੀ ਮਿਲਾਵੀਂ ਜਿਹਨੂੰ ਮਿਲ ਕੇ ਤੇਰੀ ਯਾਦ ਅੰਦਰ ਜੁੜੇ, ਤੇਰਾ ਨਾਮ ਚਿੱਤ ਆਵੇ, ਤੈਨੂੰ ਮੈਂ ਭੁੱਲ ਨਾ ਜਾਵਾਂ। ਕਿਤੇ ਅਜਿਹਾ ਨਾ ਕੋਈ ਮਿਲਾ ਦੇਵੀਂ ਕਿ ਉਹ ਮੈਨੂੰ ਮਿਲੇ ਤੇ ਮੈਂ ਤੈਨੂੰ ਭੁੱਲ ਜਾਵਾਂ। ਆਪਦੇ ਗੁਰਸਿੱਖਾਂ ਦੇ ਨਾਲ ਮੇਲ ਕਰਵਾਈ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਹੈ। ਇਹ ਨਾ ਹੋਵੇ ਮੈਨੂੰ ਇਹੋ ਜਿਹੇ ਲੋਕ ਮਿਲਾ ਦੇਵੀਂ ਕਿ ਜਿਨ੍ਹਾਂ ਨੂੰ ਮਿਲ ਕੇ ਮੈਂ ਤੈਨੂੰ ਭੁੱਲ ਜਾਵਾਂ, ਤੂੰ ਮੈਨੂੰ ਵਿਸਰ ਜਾਵੇਂ। ਕਿਉਂਕਿ ਸੰਜੋਗ ਤੇ ਵਿਜੋਗ ਦਾ ਕਰਤਾ ਧਰਤਾ ਵਾਹਿਗੁਰੂ ਪਰਮੇਸ਼ਰ ਹੈ। ਮਿਲਾਉਣ ਵਾਲਾ ਵੀ ਉਹੀ ਆ, ਵਿਛੋੜਨ ਵਾਲਾ ਵੀ ਉਹੀ ਆ। ਲੋਕ ਆਉਂਦੇ ਨੇ ਸਾਡੀ ਜ਼ਿੰਦਗੀ ਵਿੱਚ, ਚਲੇ ਜਾਂਦੇ ਨੇ, ਇਹੀ ਜ਼ਿੰਦਗੀ ਆ। ਆਉਣਾ ਜਾਣਾ ਲੱਗਾ ਰਹਿੰਦਾ ਹੈ। ਇਸ ਕਰਕੇ ਕੁਝ ਲੋਕ ਹੁੰਦੇ ਆ, ਉਹ ਪ੍ਰਮਾਤਮਾ ਨੂੰ ਪਿਆਰ ਕਰਦੇ ਆ, ਉਹਨਾਂ ਨੂੰ ਮਿਲ ਕੇ ਸ਼ਾਂਤੀ ਆਉਂਦੀ ਆ। ਕੁਝ ਲੋਕ ਐਸੇ ਆ, ਉਹਨਾਂ ਨੂੰ ਮਿਲ ਕੇ ਮਨ ਉਚਾਟ ਹੋ ਜਾਂਦਾ। ਤਾਂ ਹੇ ਵਾਹਿਗੁਰੂ ਪਰਮੇਸ਼ਰ, ਮੈਨੂੰ ਇਹੋ ਜਿਹੇ ਪਿਆਰੇ ਮਿਲਣੀ ਜਿਨ੍ਹਾਂ ਨੂੰ ਮਿਲ ਕੇ ਤੇਰੀ ਯਾਦ ਅੰਦਰ ਆਵੇ, ਤੇਰੇ ਨਾਲ ਸਨੇਹ ਬਣੇ ਮੇਰਾ। ਇੱਕ ਤਾਂ ਇਹ ਅਰਦਾਸ ਹੋ ਗਈ। ਇੱਕ ਇਹ ਹੋ ਗਿਆ ਕਿ ਤੁਸੀਂ ਹੀ ਰੱਬ ਦੇ ਐਸੇ ਪਿਆਰੇ ਬਣ ਜਾਓ, ਜਦੋਂ ਤੁਸੀਂ ਕਿਸੇ ਨੂੰ ਮਿਲੋ, ਤੁਹਾਨੂੰ ਦੇਖ ਕੇ ਉਹਨਾਂ ਨੂੰ ਵਾਹਿਗੁਰੂ ਦਾ ਪਿਆਰ ਅੰਦਰ ਪੈਦਾ ਹੋ ਜੇ, ਨਾਮ ਚੇਤੇ ਆਵੇ, ਜਾਂ ਤੁਸੀਂ ਇਹੋ ਜਿਹੇ ਬਣ ਜਾਓ ਕਿ ਕਿਸੇ ਦੀ ਅਰਦਾਸ ਪੂਰੀ ਹੋ ਜੇ। ਹੁਣ ਦੋ ਤਰੀਕੇ ਨੇ, ਜਾਂ ਤਾਂ ਤੁਸੀਂ ਖੁਦ ਹੀ ਇੰਨੀ ਬੰਦਗੀ ਕਰੋ, ਕਮਾਈ, ਕਿ ਲੋਕ ਤੁਹਾਨੂੰ ਮਿਲਣ ਤੇ ਉਹਨਾਂ ਦੇ ਅੰਦਰ ਪ੍ਰੇਮ ਪੈਦਾ ਹੋਵੇ ਆਪਣੇ ਗੁਰੂ ਪ੍ਰਤੀ, ਜਾਂ ਤੁਸੀਂ ਉਹਨਾਂ ਲੋਕਾਂ ਵਿੱਚ ਰਹੋ, ਉਹਨਾਂ ਨੂੰ ਹੀ ਪੜ੍ਹੋ, ਉਹਨਾਂ ਦੇ ਦਰਸ਼ਨ ਕਰੋ ਜਿਹੜੇ ਆਪਦੇ ਮਾਲਕ ਨੂੰ ਚੇਤੇ ਕਰਦੇ ਆ। ਇਸ ਕਰਕੇ ਸਿੱਖਾਂ ਦੇ ਵਿੱਚ ਅਰਦਾਸ ਬੜੀ ਪ੍ਰਬਲ ਹੈ, ਰੋਜ਼ ਹੀ ਕਰਨੀ ਪੈਂਦੀ ਆ। ਕਿਉਂਕਿ ਕਿਤੇ ਮਾੜਾ ਬੰਦਾ ਨਾ ਮਿਲ ਜੇ, ਸਾਕਤ ਬੰਦਾ, ਫਿਰ ਉਹ ਜ਼ਿੰਦਗੀ ਖਰਾਬ ਕਰ ਦੂਗਾ। ਸੋਹੀ ਮਹੱਲਾ ਪੰਜਵਾ। ਜਾ ਕੈ ਦਰਸ਼ ਪਾਪ ਕੋਟ ਉਤਾਰੇ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਕਰੋੜਾਂ ਜਨਮਾਂ ਦੇ ਪਾਪ ਉਤਰ ਜਾਂਦੇ ਆ। ਭੇਟਤ ਸੰਗ ਇਹੋ ਭਵਜਲ ਤਾਰੇ। ਭੇਟਤ ਸੰਗ ਇਹੋ ਭਵਜਲ ਤਾਰੇ। ਜਿਨ੍ਹਾਂ ਨੂੰ ਮਿਲਿਆ ਇਸ ਸੰਸਾਰ ਤੋਂ ਤਰ ਜਾਈਦਾ ਹੈ। ਓਏ ਸਾਜਨ ਓਏ ਮੀਤ ਪਿਆਰੇ। ਉਹੀ ਤਾਂ ਹਨ ਅਸਲੀ ਸੱਜਣ, ਉਹੀ ਤਾਂ ਹਨ ਅਸਲੀ ਮਿੱਤਰ, ਉਹੀ ਤਾਂ ਹਨ ਰੱਬ ਦੇ ਪਿਆਰੇ। ਜੋ ਹਮ ਕੋ ਹਰ ਨਾਮ ਚਿਤਾਰੇ। ਜਿਹੜੇ ਮੈਨੂੰ ਖਿੱਚ ਕੇ ਨਾਮ ਵਾਲੇ ਪਾਸੇ ਲਿਜਾਂਦੇ ਆ, ਜਿਹੜੇ ਮੈਨੂੰ ਨਾਮ ਨਾਲ ਜੋੜਦੇ ਆ, ਜਿਹੜੇ ਮੈਨੂੰ ਗੁਰੂ ਨਾਲ ਜੋੜਦੇ ਆ, ਜਿਹੜੇ ਮੈਨੂੰ ਬਾਣੀ ਨਾਲ ਜੋੜਦੇ ਆ, ਜੋ ਮੈਨੂੰ ਬਾਣੇ ਨਾਲ ਜੋੜਦੇ ਆ, ਜੋ ਮੈਨੂੰ ਅੰਮ੍ਰਿਤ ਨਾਲ ਜੋੜਦੇ ਆ,
ਉਹੀ ਹਨ ਮੇਰੇ ਅਸਲੀ ਮਿੱਤਰ ਜੋ ਮੈਨੂੰ ਟੋਕਦੇ ਆ। ਜੇ ਗੁਰ ਝਿੜਕੇ ਮਾੜੀਆਂ ਗੱਲਾਂ ਕਰਨ ਤੋਂ ਤਾਂ ਮੀਠਾ ਲੱਗੇ। ਜੇ ਗੁਰ ਝਿੜਕੇ ਤਾਂ ਮੀਠਾ ਲੱਗੇ। ਜੇ ਬਖਸ਼ੇ ਤਾਂ ਗੁਰ ਵਡਿਆਈ। ਜੇ ਗੁਰੂ ਸਾਹਿਬ ਜੀ ਝਿੜਕਦੇ ਵੀ ਆ ਉਹ ਮੈਨੂੰ ਮਿੱਠਾ ਲੱਗਦਾ, ਕਿਉਂਕਿ ਮੈਨੂੰ ਗਲਤ ਆਦਤਾਂ ਤੋਂ ਹਟਾਉਂਦੇ ਆ। ਜੇ ਗੁਰ ਝਿੜਕੇ, ਜੇ ਗੁਰੂ ਨੇ ਝਿੜਕ ਵੀ ਦਿੱਤਾ ਤਾਂ ਮੀਠਾ ਲੱਗੇ। ਜੇ ਬਖਸ਼ੇ ਤਾਂ ਗੁਰ ਵਡਿਆਈ। ਜੇ ਮੈਨੂੰ ਉਹ ਬਖਸ਼ ਲਵੇ ਫਿਰ ਇਹ ਉਹਦੀ ਵਡਿਆਈ ਆ। ਤਾਂ ਓਏ ਸਾਜਨ ਓਏ ਮੀਤ ਪਿਆਰੇ, ਉਹੀ ਸੱਜਣ ਅਸਲੀ, ਉਹੀ ਮਿੱਤਰ ਅਸਲੀ, ਸਾਡੇ ਦੋਸਤ ਉਹੀ ਆ ਜੋ ਹਮਕੋ ਹਰ ਨਾਮ ਚਿਤਾਰੇ। ਜਿਨ੍ਹਾਂ ਨੂੰ ਮਿਲ ਕੇ ਨਾਮ ਚੇਤੇ ਆਉਂਦਾ, ਜਿਨ੍ਹਾਂ ਨੂੰ ਮਿਲ ਕੇ ਪਾਪ ਉਤਰਦੇ ਆ, ਜਿਨ੍ਹਾਂ ਨੂੰ ਮਿਲ ਕੇ ਚੰਗੀਆਂ ਆਦਤਾਂ ਬਣਦੀਆਂ, ਜਿਨ੍ਹਾਂ ਨੂੰ ਮਿਲਿਆ ਸਾਂਝ ਬਣਦੀ ਆ ਗੁਣਾਂ ਦੇ ਨਾਲ, ਉਹੀ ਮਿੱਤਰ ਹੁੰਦੇ ਆ ਅਸਲੀ। ਕਬੀਰ ਸਾਹਿਬ ਜੀ ਦੀ ਇੱਕ ਸਾਖੀ ਆ ਬਹੁਤ ਪਿਆਰੀ। ਉਹਨਾਂ ਦੇ ਸਲੋਕ ਜਿਹੜੇ ਆ ਉਹਨਾਂ ਦੀ ਜੀਵਨ ਦੀਆਂ ਹੱਡ ਬੀਤੀਆਂ। ਕਹਿਣ ਲੱਗੇ ਇੱਕ ਦਿਨ ਕੀ ਹੋਇਆ, ਕਬੀਰ ਸਾਹਿਬ ਜੀ ਕਹਿਣ ਲੱਗੇ ਮੈਂ ਇੱਕ ਢੋਲ ਖਰੀਦਿਆ, ਢੋਲ ਨੂੰ ਗਲ ਵਿੱਚ ਪਾ ਲਿਆ। ਉਹਨਾਂ ਦੇ ਆਪਣੇ ਕਹਿਣ ਦੀ ਗੱਲ ਆ। ਕਬੀਰ ਸਭ ਜਗ ਹੋਂ ਫਿਰਿਓ ਮਾਂਦਲ, ਮਾਂਦਲ ਕਹਿੰਦੇ ਆ ਢੋਲ ਨੂੰ। ਕੰਧ ਚੜਾਏ, ਕੰਧ ਤੋਂ ਭਾਵ ਜਿਹੜੇ ਮੌਰ ਨੇ, ਮੋਢੇ ਨੇ, ਮੋਢਿਆਂ ਦੇ ਵਿੱਚ ਦੀ ਉਹ ਢੋਲ ਆ ਜਿਹੜਾ ਟੰਗ ਲਿਆ, ਗਲ 'ਚ ਪਾ ਲਿਆ। ਤੇ ਮੈਂ ਦੁਨੀਆ ਦੇ ਵਿੱਚ ਤੁਰਿਆ ਸੱਚ ਜਾਣਨ ਵਾਸਤੇ। ਕਬੀਰ ਸਭ ਜਗ ਹੋਂ ਫਿਰਿਓ, ਸਾਰੀ ਦੁਨੀਆ ਦਾ ਚੱਕਰ ਮੈਂ ਲਾਇਆ। ਤੁਰ ਕੇ ਦੇਖਿਆ, ਚਾਰੇ ਪਾਸੇ ਫਿਰ ਕੇ ਦੇਖਿਆ, ਗਲ 'ਚ ਢੋਲ ਪਾ ਕੇ ਉੱਚੀ ਉੱਚੀ ਲੋਕਾਂ ਤੋਂ ਪੁੱਛਿਆ ਦੁਨੀਆ ਵਿੱਚ ਕੌਣ ਅਸਲੀ ਮਿੱਤਰ ਆ, ਕੌਣ ਹੈ ਬੰਦੇ ਦਾ ਅਸਲ ਮਿੱਤਰ। ਕੀ ਇਹ ਘਰ ਜਿਹੜੇ ਆ ਇਹ ਮਿੱਤਰ ਨੇ, ਮਕਾਨ ਜਿਹੜੇ ਆ ਕੀ ਇਹ ਬੰਦੇ ਦੇ ਮਿੱਤਰ ਬਣ ਸਕਦੇ ਆ, ਕੀ ਪੈਸਾ ਮਿੱਤਰ ਹੋ ਸਕਦਾ, ਕਿ ਉੱਚੀ ਕੋਠੀ, ਵੱਡੀ ਕੋਠੀ, ਜ਼ਮੀਨ ਜਾਇਦਾਦ, ਸਾਰਾ ਕੁਝ ਬੰਦੇ ਦਾ ਮਿੱਤਰ ਹੈ। ਤਾਂ ਅੱਗੋਂ ਕਹਿੰਦੇ ਸਭ ਨੇ ਆਖਿਆ ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਵਜਾਏ। ਕਹਿੰਦੇ ਜਦੋਂ ਮੈਂ ਗਲ 'ਚ ਢੋਲ ਪਾ ਕੇ ਲੱਭਣ ਤੁਰਿਆ ਕਿ ਸੱਚਾ ਮਿੱਤਰ ਕੌਣ ਆ, ਇਹੀ ਆਵਾਜ਼ਾਂ ਆਈਆਂ ਬੰਦਿਆ ਘਰ ਤੇਰਾ, ਤੇਰਾ ਮਹਿਲ ਤੇਰਾ ਸੱਚਾ ਮਿੱਤਰ ਨਹੀਂ ਹੈ, ਪੈਸੇ ਤੇਰੇ ਸੱਚੇ ਮਿੱਤਰ ਨਹੀਂ ਹਨ। ਇਹ ਵਰਤਨ ਦੀ ਚੀਜ਼ ਆ। ਕੋਠੀਆਂ ਮਹਿਲ ਮਾੜੀਆਂ ਸਾਰਾ ਕੁਝ ਇੱਕ ਫਨਾ ਹੋਣ ਵਾਲਾ, ਤੇਰੇ ਮਿੱਤਰ ਨਹੀਂ ਹੋ ਸਕਦੇ ਸੱਚੇ। ਸੱਚੇ ਮਿੱਤਰ ਨੂੰ ਲੱਭ, ਉਧਰ ਨੂੰ ਟੁਰ। ਫਿਰ ਕਹਿੰਦੇ ਮੈਂ ਅੱਗੇ ਵਧਿਆ, ਰੁਕੇ ਨਹੀਂ ਭਗਤ ਕਬੀਰ ਜੀ। ਕਹਿੰਦੇ ਮੈਂ ਸੰਖ ਵੇਖਿਆ, ਛੱਲਾਂ ਆਈਆਂ ਤੇ ਸੰਖ ਜਿਹੜਾ ਹੈ ਸਮੁੰਦਰ ਤੋਂ ਬਾਹਰ ਡਿੱਗ ਪਿਆ। ਰੁਕੇ ਨਹੀਂ, ਅੱਗੇ ਵੱਧਦੇ ਗਏ ਜੀਵਨ ਦੇ ਵਿੱਚ। ਛੱਲਾਂ ਆਈਆਂ ਤੇ ਜਿਹੜਾ ਸੰਖ ਆ, ਸਿੱਪੀਆਂ, ਸੰਖ, ਇਹ ਜਿਹੜੇ ਵਜਾਉਣ ਵਾਲੇ ਹੁੰਦੇ ਆ, ਉਹਨਾਂ ਨੂੰ ਫਿਰ ਉਹ ਲਹਿਰਾਂ ਨੇ ਚੱਕ ਕੇ ਬਾਹਰ ਮਾਰਿਆ ਸਮੁੰਦਰ ਤੋਂ। ਸਮੁੰਦਰ ਤੋਂ ਬਾਹਰ ਮਾਰਿਆ ਤੇ ਪੰਡਤ ਜਿਹੜੇ ਸੀ ਉਹਨਾਂ ਨੇ ਉਹ ਸੰਖ ਨੂੰ ਦੁਕਾਨ 'ਤੇ ਵਿਕਿਆ ਤੇ ਖਰੀਦ ਲਿਆ। ਮੰਦਿਰ ਦੇ ਵਿੱਚ ਸੁਬਹਾ ਵਜਾਇਆ, ਸ਼ਾਮੀ ਵਜਾਇਆ, ਇਸ ਤਰ੍ਹਾਂ ਵਾਰ-ਵਾਰ ਵਜਾਉਂਦੇ ਗਏ। ਫਿਰ ਉਹ ਕਹਿੰਦੇ ਮੈਨੂੰ ਪਤਾ ਲੱਗ ਗਈ ਇੱਕ ਚੀਜ਼, ਇੱਥੋਂ ਸਮਝ ਆ ਗਈ। ਕਬੀਰ ਰੋਹਰੇ ਸੰਖ ਮਝੂਰਿਆ। ਕਹਿਣ ਲੱਗੇ ਹੇ ਸੰਖ ਤੂੰ ਸਮੁੰਦਰ ਕਿਉਂ ਛੱਡਿਆ ਸੀ। ਸੰਖ ਨੂੰ ਪੁੱਛਦੇ ਆ, ਕਹਿੰਦੇ ਤੂੰ ਚੰਗਾ ਸੀਗਾ ਜਦੋਂ ਸਮੁੰਦਰ 'ਚ ਰਹਿੰਦਾ ਸੀ, ਉਦੋਂ ਤੇਰਾ ਵਧੀਆ ਜੀਵਨ ਸੀ। ਹੁਣ ਦੇਵਲ ਦੇਵਲ ਤਾਹੜੀ ਦੇਸੇ ਉਗਵਤ ਸੂਰ। ਕਬੀਰ ਸਮੁੰਦ ਨ ਛੋਡੀਐ ਜੋ ਅਤ ਖਾਰੂ ਹੋਏ। ਪੋਖਰ ਪੋਖਰ ਢੂੰਡ ਤੇ
ਭਲੋ ਨ ਕਹੇ ਹੈ ਕੋਈ। ਕਹਿਣ ਲੱਗੇ ਸੰਖ ਨੂੰ, ਤੂੰ ਸਮੁੰਦਰ ਕਿਉਂ ਛੱਡਿਆ, ਕਿਉਂ ਤੂੰ ਉਹਦੇ ਨਾਲੋਂ ਪਾਸੇ ਹੋ ਗਿਆ, ਇੰਨਾ ਪਾਸੇ ਹੋਣ ਦੀ ਤੈਨੂੰ ਲੋੜ ਕੀ ਸੀ, ਕਿਉਂ ਉਹਦੇ ਨੂੰ ਵਿਛੜਿਆ, ਤੂੰ ਦਰ ਦਰ 'ਤੇ ਜਾ ਕੇ ਫਿਰ ਭਟਕਿਆ। ਤੈਨੂੰ ਕਦੇ ਦੁਕਾਨਦਾਰ ਨੇ ਚੁੱਕ ਲਿਆ, ਉੱਥੋਂ ਵਪਾਰੀਆਂ ਨੇ ਵੇਚਤਾ ਅੱਗੇ, ਹੁਣ ਤੈਨੂੰ ਸੁਬਾਹ ਵਜਾਉਂਦੇ ਆ, ਸ਼ਾਮੀ ਤੈਨੂੰ ਪੂਰਦੇ ਆ। ਜੇ ਤੂੰ ਸਮੁੰਦਰ ਵਿੱਚ ਰਹਿੰਦਾ ਤੂੰ ਠੀਕ ਰਹਿੰਦਾ, ਹੁਣ ਤੂੰ ਵੱਧ ਵੀ ਨਹੀਂ ਸਕਦਾ। ਸਮੁੰਦਰ ਦੇ ਵਿੱਚ ਇਹਨਾਂ ਦਾ ਆਕਾਰ ਵੱਧਦਾ, ਵੱਡੇ ਹੁੰਦੇ ਆ। ਜਦੋਂ ਬਾਹਰ ਆ ਜਾਂਦੇ ਸਮੁੰਦਰ ਦੇ ਪਾਣੀ ਤੋਂ, ਇਹਨਾਂ ਦਾ ਵਿਕਾਸ ਰੁਕ ਜਾਂਦਾ। ਸਮੁੰਦਰ ਨੂੰ ਛੱਡਿਆ ਤੇ ਤੇਰਾ ਵਿਕਾਸ ਰੁਕ ਗਿਆ। ਸੰਖ ਨਾਲ ਇਉਂ ਗੱਲਾਂ ਕਰ ਰਹੇ ਆ, ਇੱਕ ਦਰਦ। ਸੰਖ ਜਿਹੜੇ ਆ ਪਹਿਲਾਂ ਮੰਦਿਰਾਂ ਵਿੱਚ ਪੂਰੇ ਜਾਂਦੇ ਸੀ, ਗੁਰਦੁਆਰਾ ਸਾਹਿਬ ਦੇ ਵਿੱਚ, ਆਪਣੇ ਇੱਥੇ ਵੀ ਹੈਗੇ ਸੰਖ, ਤੇ ਉਹ ਪੂਰੇ ਜਾਂਦੇ ਸੀ। ਤਾਂ ਕਹਿਣ ਦਾ ਭਾਵ ਇਹ ਆ ਕਿ ਉਹ ਸਮੁੰਦਰ ਨਾਲੋਂ ਵਿਛੜ ਗਏ, ਉਦੋਂ ਬਾਅਦ ਉਹਨਾਂ ਦਾ ਵਿਕਾਸ ਨਹੀਂ ਹੋਇਆ। ਤਾਂ ਉਹ ਦਰਦ ਨੂੰ ਲੈ ਕੇ ਉਹ ਕਹਿ ਰਹੇ ਆ ਕਿ ਬੰਦਿਆ, ਤੂੰ ਆਪਦੇ ਮਾਲਕ ਨਾਲੋਂ ਵਿਛੜ ਗਿਆ ਹੈ। ਜਦੋਂ ਤੂੰ ਵਿਛੜਿਆ ਉਦੋਂ ਤੂੰ ਦਰ ਦਰ ਦੀਆਂ ਠੋਕਰਾਂ ਖਾਧੀਆਂ, ਤੇ ਹੁਣ ਅਸਲੀ ਮਿੱਤਰ ਉਹੀ ਆ ਜੋ ਹਮ ਕੋ ਹਰ ਨਾਮ ਚਿਤਾਰੇ, ਓਏ ਸਾਜਨ ਓਏ ਮੀਤ ਪਿਆਰੇ। ਬੰਦੇ ਦੇ ਮਿੱਤਰ ਉਹੀ ਆ, ਸੱਜਣ ਅਸਲੀ ਉਹੀ ਆ ਸਾਡਾ, ਜਿਹੜਾ ਸਾਨੂੰ ਚੰਗੇ ਪਾਸੇ ਜੋੜੇ। ਕਈ ਵਾਰ ਸਾਡੇ ਦੋਸਤ ਇਹੋ ਜਿਹੇ ਹੁੰਦੇ ਆ, ਉਹ ਆਪ ਵੀ ਗਲਤ ਹੁੰਦੇ ਆ, ਉਹ ਆਪਦੇ ਮਿੱਤਰਾਂ ਨੂੰ ਵੀ ਗਲਤ ਪਾਸੇ ਲੈ ਜਾਂਦੇ ਆ। ਸ਼ਰਾਬ ਪੀਣ ਵਾਲਾ ਦੋਸਤ, ਉਹਨੂੰ ਦੂਜੇ ਆਪਣੇ ਦੋਸਤ ਨੂੰ ਸ਼ਰਾਬੀ ਬਣਾਉਣਾ ਚਾਹੁੰਦਾ ਕਿ ਦੋਨਾਂ ਨੂੰ ਰਲ ਕੇ ਵਾਰੀ ਵਾਰੀ, ਇੱਕ ਦਿਨ ਉਹ ਪਿਆਊਗਾ, ਦੂਜੇ ਦਿਨ ਉਹ, ਵਾਰੀ ਵਾਰੀ। ਇੱਦਾਂ ਦੀਆਂ ਗੱਲਾਂ ਹੁੰਦੀਆਂ ਸਮਾਜ ਵਿੱਚ। ਇਹ ਛੋਟੀਆਂ ਗੱਲਾਂ, ਇਹਨਾਂ ਬਾਰੇ ਜ਼ਿਆਦਾ ਨਹੀਂ। ਸਟੇਜ ਜਿਹੜੀ ਹੁੰਦੀ ਆ ਬਾਣੀ ਦੀ ਬਹੁਤ ਵੱਡੀ ਉੱਚੀ ਹੁੰਦੀ ਆ, ਨਿੱਕੀਆਂ ਗੱਲਾਂ ਇੱਥੇ ਕੀਤੀਆਂ ਨਹੀਂ ਜਾ ਸਕਦੀਆਂ। ਜੋ ਹੁੰਦਾ ਤੁਸੀਂ ਜਾਣਦੇ ਹੀ ਹੋ। ਤਾਂ ਇੱਕ ਮਿੱਤਰ ਦੂਜੇ ਮਿੱਤਰ ਨੂੰ ਗਲਤ ਪਾਸੇ ਕਈ ਵਾਰ ਤੋਰਦਾ ਤੇ ਲੋਕ ਤੋਰਦੇ ਆ। ਅਸਲੀ ਮਿੱਤਰ ਉਹ ਨਹੀਂ ਹੁੰਦਾ ਜਿਹੜਾ ਤੁਹਾਨੂੰ ਸੰਕਟ 'ਚ ਪਾ ਦੇਵੇ। ਅਸਲੀ ਮਿੱਤਰ ਉਹ ਹੁੰਦਾ ਜਿਹੜਾ ਤੁਹਾਨੂੰ ਸੰਕਟ ਵਿੱਚ ਪੈਣ ਹੀ ਨਾ ਦੇਵੇ। ਇੱਕ ਇੱਦਾਂ ਦੇ ਮਿੱਤਰ ਹੁੰਦੇ ਆ ਜਿਹੜੇ ਤੁਹਾਨੂੰ ਦੁੱਖਾਂ ਤਕਲੀਫਾਂ 'ਚੋਂ ਕੱਢ ਦਿੰਦੇ ਆ। ਇੱਕ ਉਹ ਹੁੰਦਾ ਮਿੱਤਰ ਜਿਹੜਾ ਤੁਹਾਨੂੰ ਗਲਤ ਪਾਸੇ ਜਾਣ ਹੀ ਨਹੀਂ ਦਿੰਦਾ। ਤਾਂ ਉਹਨਾਂ ਦੀ ਅੱਜ ਗੱਲ ਹੋ ਰਹੀ ਆ। ਜਾਂ ਕਾ ਸ਼ਬਦ ਸੁਣਤ ਸੁਖ ਸਾਰੇ, ਉਹਨਾਂ ਦੇ ਸ਼ਬਦਾਂ ਨੂੰ ਸੁਣਿਆ ਸੁੱਖ ਮਿਲਦਾ। ਜਾਂ ਕੀ ਟਹਿਲ ਜਮਦੂਤ ਵਿਦਾਰੇ, ਜਿਹਦੀ ਸੇਵਾ ਕੀਤਿਆਂ ਵਿਕਾਰ ਜਿਹੜੇ ਆ ਦੂਰ ਹੋ ਜਾਂਦੇ ਆ, ਉਹ ਨੇੜੇ ਨਹੀਂ ਆ ਸਕਦੇ, ਮਾੜੀਆਂ ਆਦਤਾਂ ਨੇੜੇ ਨਹੀਂ ਆ ਸਕਦੀਆਂ। ਜਾ ਕੀ ਧੀਰਕ ਇਸ ਮਨੇ ਸੁਧਾਰੇ, ਧੀਰਕ ਧੀਰਜ ਨੂੰ ਕਹਿੰਦੇ ਆ, ਜਿਨ੍ਹਾਂ ਦੇ ਬਚਨਾਂ ਵਿੱਚ ਬੜੀ ਠੰਡਕ ਆ, ਬਹੁਤ ਧੀਰਜ ਆ, ਸ਼ਾਂਤੀ ਸਕੂਨ ਆ, ਜੋ ਬਾਣੀ ਨਾਲ ਜੋੜਦੇ ਆ ਉਹ ਅਸਲੀ ਮਿੱਤਰ ਆ। ਰੱਬ ਨਾਲ ਜੋੜਦੇ ਆ ਉਹ ਅਸਲੀ ਮਿੱਤਰ ਆ। ਗੁਰੂ ਸਾਡਾ ਅਸਲੀ ਮਿੱਤਰ ਆ। ਇਹ ਕਹਿ ਰਹੇ ਗੁਰੂ ਅਰਜਨ ਦੇਵ ਜੀ, ਗੁਰੂ ਸਾਨੂੰ ਰੱਬ ਨਾਲ ਜੋੜਦਾ। ਹੋਰ ਮਿੱਤਰ ਹੈਗੇ ਆ ਪਰ ਉਹ ਸਾਨੂੰ ਰੱਬ ਨਾਲ ਨਹੀਂ ਜੋੜਦੇ। ਉਹ ਪੈਸਿਆਂ ਦੀ ਲੋੜ ਪੈ ਗਈ ਦੇ ਦਿੰਦੇ ਆ। ਉਹ ਆਪਣੀ ਜਗ੍ਹਾ ਕਿਤੇ ਜਾਣਾ, ਜੇ ਉਹਦੇ ਕੋਲ ਗੱਡੀ ਆਪਾਂ ਉਹਨਾਂ ਤੋਂ ਲੈ ਲੈਂਦੇ ਆ, ਉਹ ਗੱਲਾਂ ਹੋਰ ਆ। ਉਹ ਵੀ ਮਦਦ ਕਰਦੇ ਆ ਪਰ ਉਹ ਇੱਕ ਲੈਵਲ ਹੋਰ ਆ, ਹੋਰ ਤਰ੍ਹਾਂ ਦਾ ਲੈਵਲ ਆ। ਜਿਹੜੇ ਬਾਣੀ ਨਾਲ ਜੋੜਦੇ ਆ ਉਹ ਬਹੁਤ ਉੱਚੇ ਦੋਸਤ ਹੁੰਦੇ ਆ। ਜਾ ਕੇ ਸਿਮਰਨ ਮੁਖ ਉਜਲਾਰੇ, ਜਿਨ੍ਹਾਂ ਦੇ ਕੋਲ ਬੈਠਿਆਂ ਸਿਮਰਨ ਕਰਨ ਦਾ ਚਾਅ ਪੈਦਾ ਹੁੰਦਾ ਤੇ ਮੁਖ ਉਜਲਾ ਹੁੰਦਾ, ਉਹ ਪਰਮ ਮਿੱਤਰ ਆ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਪ੍ਰਭ ਕੇ ਸੇਵਕ ਰੱਬ ਦੇ ਪਿਆਰੇ ਪ੍ਰਭ ਆਪ ਸਵਾਰੇ, ਉਹਨੇ ਆਪ ਸਵਾਰੇ ਆ। ਇਹ ਆਪ ਉਹਨੇ ਸਾਜੇ ਆ, ਉਹਨੇ ਆਪ ਬਣਾਏ ਆ। ਆਪ ਇਹਨਾਂ ਦੀ ਘਾੜਤ ਘੜੀ ਆ, ਇਹਨਾਂ ਦੀ ਸੁਰਤ ਘੜੀ ਆ, ਇਹਨਾਂ ਦੀ ਮੱਤ ਘੜੀ ਆ, ਇਹਨਾਂ ਦੀ ਬੁੱਧ ਘੜੀ ਆ, ਫੇਰ ਇੱਦਾਂ ਦੇ ਹੋਏ ਆ। ਮਾਲਕ ਨੇ ਬਣਾਏ ਆ ਇਹ। ਦੁਨੀਆ ਵਿੱਚ ਜਿਵੇਂ ਕੰਡੇ ਬਹੁਤ ਹੁੰਦੇ ਆ, ਬਾਗ ਵਿੱਚ ਫੁੱਲ ਵੀ ਹੁੰਦੇ ਆ, ਫੁੱਲ ਵੀ ਰੱਬ ਦੇ ਬਣਾਏ ਆ, ਕੰਡੇ ਵੀ ਉਹਦੇ ਬਣਾਏ ਆ। ਕੰਡਿਆਂ ਤੋਂ ਵੀ ਮੁੱਕਰਿਆ ਨਹੀਂ ਜਾ ਸਕਦਾ। ਇਹ ਨਹੀਂ ਕਹਿ ਸਕਦੇ ਕੰਡੇ ਸ਼ੈਤਾਨ ਨੇ ਬਣਾਏ ਆ, ਫੁੱਲ ਰੱਬ ਨੇ ਬਣਾਏ ਆ। ਨਹੀਂ, ਸਾਰੀਆਂ ਕਰਤਾ ਧਰਤਾ ਸਾਰੀਆਂ ਚੀਜ਼ਾਂ ਦਾ ਉਹੀ ਆ। ਜਨਮ ਉਹਨੇ ਬਣਾਇਆ, ਮੌਤ ਵੀ ਉਹਨੇ ਬਣਾਈ ਆ।
मौत किसी शैतान ने नहीं बनाई, रब ने बनाई है। जन्म भी उन्हें बनाया, खिड़ना भी उन्हें बनाया, मरझाउणा भी उन्हें बनाया, कंडे भी ਉਹਦੇ ਆ, फुੱल भी ਉਹਦੇ ਆ। ਤੇ ਇੱਦਾਂ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਉਹ ਦੁਨੀਆ ਦੇ ਵਿੱਚ ਉਹ ਫੁੱਲਾਂ ਦੇ ਵਾਂਗ ਹੁੰਦੇ ਆ ਜਿਹੜੇ ਖੁਸ਼ਬੂ ਵੰਡਦੇ ਆ। ਪ੍ਰਭ ਕੇ ਸੇਵਕ, ਰੱਬ ਦੇ ਸੇਵਕ ਪ੍ਰਭ ਆਪ ਸਵਾਰੇ, ਸ਼ਰਨ ਨਾਨਕ ਤਿਨ ਸਦ ਬਲਿਹਾਰੇ, ਸ਼ਰਨ ਨਾਨਕ ਤਿਨ ਸਦ ਬਲਿਹਾਰੇ। ਉਹਨਾਂ ਦੀ ਸ਼ਰਣੀ ਪੈ ਕੇ ਉਹਨਾਂ ਤੋਂ ਅਖੀਰਲੀ ਪੰਗਤੀ ਆ, ਵਾਰੇ ਵਾਰੇ ਜਾਈਏ ਕੁਰਬਾਨ ਜਾਈਏ। ਭਾਈ ਵੀਰ ਸਿੰਘ ਜੀ ਦੇ ਜੀਵਨ ਦੀ ਇੱਕ ਘਟਨਾ ਬਹੁਤ ਪਿਆਰੀ ਆ ਤੇ ਅੱਗੇ ਵੀ ਆਪਾਂ ਬਹੁਤ ਵਾਰ ਸਾਂਝ ਪਾਈ ਹੈ। ਕਹਿੰਦੇ ਕਿ ਇੱਕ ਮੈਂ ਜੀਵਨ ਦੇ ਵਿੱਚ ਆਪਦੇ ਜ਼ਿੰਦਗੀ ਵਿੱਚ ਕੋਲਾ ਦੇਖਿਆ ਕਾਲੇ ਰੰਗ ਦਾ। ਮੈਂ ਜਾ ਰਿਹਾ ਸੀ ਤੇ ਕਾਲੇ ਰੰਗ ਦਾ ਕੋਲਾ ਮਨ 'ਚ ਆਇਆ, ਇਹਨੂੰ ਮੈਂ ਰੰਗ ਚਾੜਾਂ। ਕਿਉਂਕਿ ਇਹ ਹੁਣ ਕਿਉਂ ਹੁੰਦਾ, ਜਿਹੜਾ ਬੰਦਾ ਆਪ ਅੱਗੇ ਲੰਘ ਗਿਆ ਉਹਨੂੰ ਤਰਸ ਆਉਂਦਾ ਦੂਜਿਆਂ 'ਤੇ ਕਿ ਇਹ ਮੇਥੋਂ ਪਿੱਛੇ ਰਹਿ ਗਿਆ। ਸੰਤ ਦੀ ਪਛਾਣ ਕੀ ਹੁੰਦੀ ਆ, ਜੇ ਕੋਈ ਬੰਦਗੀ 'ਚ ਅੱਗੇ ਲੰਘ ਗਿਆ, ਲੋਕ ਪਿੱਛੇ ਰਹਿ ਗਏ, ਉਹਨੂੰ ਤਰਸ ਆਉਂਦਾ ਵੀ ਲੋਕ ਪਿੱਛੇ, ਇਹਨਾਂ ਨੂੰ ਮੈਂ ਬਰਾਬਰ ਦਾ ਕਰਦਾ। ਜਿਹੜੇ ਆਮ ਲੋਕ ਹੁੰਦੇ ਆ ਉਹ ਕਹਿੰਦੇ ਆ ਦੂਜਿਆਂ ਨੂੰ ਮੈਂ ਪਿੱਛੇ ਸੁੱਟ ਕੇ ਅੱਗੇ ਲੰਘਾਂ, ਸੰਤ ਕਹਿੰਦਾ ਮੈਂ ਦੂਜਿਆਂ ਨੂੰ ਨਾਲ ਲੈ ਕੇ ਚੱਲਾਂ। ਇੱਦਾਂ ਦੀ ਜੀਵਨ ਹੁੰਦਾ। ਦੁੱਧ ਦਹੀਂ ਨਾਲ ਧੋਤਾ ਕੋਲਾ, ਫਿਰ ਉਹ ਕਹਿੰਦੇ ਮੈਂ ਉਹ ਨਾ ਕੋਲਾ ਜਿਹੜਾ ਸੀ ਉਹਨੂੰ ਲੈ ਆਇਆ ਘਰ ਦੇ ਵਿੱਚ ਅਤੇ ਮੈਂ ਦੁੱਧ ਦੇ ਨਾਲ ਧੋਤਾ, ਦਹੀਂ ਨਾਲ ਧੋਤਾ ਅਤੇ ਮੈਂ ਉਹਨੂੰ ਰੰਗ ਵਾਲੀ ਡੱਬੀ 'ਚ ਵੀ ਪਾ ਕੇ ਰੱਖਿਆ। ਖੁੰਬੇ ਚਾੜ ਰੰਗਣ ਪੀ ਧਰਿਆ, ਰੰਗ ਨਾ ਇਸ ਬਟਾਇਆ। ਫਿਰ ਕਹਿੰਦੇ ਉਹਨੂੰ ਮੈਂ ਸਾਰੀ ਰਾਤ ਹੀ ਡੱਬੀ 'ਚ ਪਾ ਕੇ ਰੱਖਿਆ ਕੋਲੇ ਨੂੰ, ਰੰਗ ਵਾਲੀ 'ਚ, ਪਰ ਉਹ ਤਾਂ ਉਵੇਂ ਦਾ ਉਵੇਂ ਹੀ ਰਿਹਾ। ਦੁੱਧ ਨਾਲ ਵੀ ਧੋ ਕੇ ਦੇਖ ਲਿਆ, ਦਹੀਂ ਨਾਲ ਵੀ, ਚਿੱਟੀਆਂ ਚੀਜ਼ਾਂ ਨਾਲ ਧੋ ਕੇ ਦੇਖ ਲਿਆ। ਉਹ ਕਹਿੰਦੇ ਫਿਰ ਬਾਣੀ ਵਿੱਚ ਪੰਗਤੀ ਆ, ਦੇਹੋ ਬੱਗਾ ਤੱਪੈ ਘਣਾ, ਕਾਲਿਆਂ ਕਾਲੇ ਬੰਨ। ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ, ਜਿੰਨਾ ਮਰਜ਼ੀ ਉਹਨੂੰ ਦੁੱਧ 'ਚ ਰੱਖ ਲਓ। ਫਿਰ ਉਹ ਕਹਿੰਦੇ ਕੋਈ ਕਾਰਨ ਤਾਂ ਹੋਊ, ਇਹਨੂੰ ਆਪਾਂ ਸਹੀ ਕਰੀਏ, ਇਹਨੂੰ ਰੰਗ ਚਾੜੀਏ। ਤਾਂ ਉਹਨਾਂ ਦੇ ਜੀਵਨ ਦੀ ਘਟਨਾ ਹੈ ਬਹੁਤ ਡੂੰਘੀ ਆ। ਦੇਖਣ ਨੂੰ ਲੱਗਦਾ ਕੋਲੇ ਦੀ ਗੱਲ ਹੋ ਰਹੀ ਹੈ, ਬੰਦੇ ਦੀ ਗੱਲ ਹੋ ਰਹੀ ਹੈ। ਫਿਰ ਉਹ ਕਹਿੰਦੇ ਮੈਂ ਲਲਾਰੀ ਕੋਲ ਵੀ ਗਿਆ, ਉਹ ਤੋਂ ਵੀ ਨਹੀਂ ਹੋਇਆ। ਫਿਰ ਕਹਿੰਦੇ ਮੈਂ ਕਾਰਨ ਲੱਭਿਆ, ਇਹ ਕੋਲਾ ਕਿਉਂ ਕਾਲਾ ਹੋਇਆ, ਕਿਉਂ? ਪਹਿਲਾਂ ਕਾਰਨ ਲੱਭਾਂ ਵੀ ਮੈਂ ਦੁਖੀ ਕਿਉਂ ਹਾਂ। ਕਾਰਨ ਲੱਭ ਗਿਆ ਤੇ ਮੈਂ ਸੁਖੀ ਹੋ ਜਾਊਂਗਾ। ਕੋਲਾ ਕਾਲਾ ਕਿਉਂ ਹੋ ਗਿਆ? ਫਿਰ ਉਹ ਕਹਿੰਦੇ ਪਤਾ ਲੱਗਿਆ, ਵਿਛੜਿਆਂ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ। ਵਿਛੜ ਕੇ ਕਾਲਾ ਹੋਇਆ। ਵਿਛੜਿਆ ਕੀ ਤੋਂ ਆ? ਅੱਗ ਤੋਂ, ਆਪਦੇ ਵਜੂਦ ਤੋਂ ਵਿਛੜ ਗਿਆ, ਭੱਠੀ ਤੋਂ ਵਿਛੜ ਗਿਆ, ਜਿਹੜੇ ਵਿੱਚ ਅੱਗ ਪਾਈ ਹੋਈ ਆ ਉਹਦੇ ਵਿੱਚ ਬਾਕੀ ਕੋਲੇ ਲਾਲ ਰੰਗ ਦੇ ਆ ਵਧੀਆ, ਇਹ ਕਾਲਾ ਹੋ ਗਿਆ, ਪਾਸੇ ਡਿੱਗ ਪਿਆ, ਕਿਤੇ ਪਾਸੇ ਰਹਿ ਗਿਆ ਤਾਂ ਕਾਲਾ ਹੋ ਗਿਆ। ਜਿਵੇਂ ਸ਼ੰਖ ਪਾਸੇ ਰਹਿ ਗਿਆ ਸਮੁੰਦਰ ਤੋਂ, ਉਹਨੂੰ ਚੁੱਕ ਕੇ ਲੈ ਗਏ ਵਪਾਰੀਆਂ ਨੇ ਤਾਂ ਉਹਦਾ ਮੁੱਲ ਪਾਤਾ, ਵੇਚਤਾ। ਦਰ ਦਰ 'ਤੇ ਫਿਰ ਉਹਨੂੰ ਪੂਰਿਆ ਗਿਆ, ਸੁਬਾਹ ਦੁਪਹਿਰੇ ਸ਼ਾਮ ਇੱਦਾਂ। ਅਤੇ ਇਵੇਂ ਹੀ ਉਹ ਕੋਲੇ ਦੀ ਕਹਾਣੀ ਆ। ਉਹ ਬਾਹਰ ਡਿੱਗ ਪਿਆ, ਭੱਠੀ 'ਚ ਨਹੀਂ ਜਾ ਸਕਿਆ। ਭਾਈ ਵੀਰ ਸਿੰਘ ਜੀ ਉਹਨੂੰ ਚੁੱਕ ਲਿਆਏ। ਫਿਰ ਕਹਿੰਦੇ ਮੈਂ ਵੇਖਿਆ ਇਹਨੂੰ ਭੱਠੀ 'ਚ ਦੁਬਾਰਾ ਸਿੱਟ ਕੇ ਵੇਖਣਾ ਇਹਦੇ ਦੋਸਤਾਂ ਨਾਲ, ਉਹ ਜਿਹੜੇ ਰੰਗੇ ਹੋਏ ਆ ਉਹਨਾਂ ਨਾਲ। ਕਹਿੰਦੇ ਮੈਂ ਭੱਠੀ ਵਿੱਚ ਸੁੱਟਿਆ, ਵਿਛੜਿਆ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ। ਅੰਗ ਅੱਗ ਦੇ ਲਾ ਕੇ ਦੇਖੋ, ਚੜ੍ਹਦਾ ਰੂਪ ਸਵਾਇਆ। ਇਹਨੇ ਦੁੱਗਣਾ ਰੰਗ ਚੜ੍ਹ ਗਿਆ, ਵਹਿੰਦਿਆਂ ਵਹਿੰਦੇ ਹੀ ਰੰਗ ਚੜ੍ਹ ਗਿਆ। ਉਸ ਤੋਂ ਬਾਅਦ ਕਹਿੰਦੇ ਸਮਝ ਆਈ ਜੀਵਨ ਦੀ ਕਿ ਮਨਾ ਤੂੰ ਆਪਦੇ ਗੁਰੂ ਨਾਲੋਂ ਵਿਛੜ ਗਿਆ। ਜਿਸ ਦਿਨ ਤੂੰ ਆਪਦੇ ਗੁਰੂ ਨਾਲੋਂ ਵਿਛੜ ਗਿਆ ਸੁਰਤ ਕਰਕੇ, ਉਸ ਦਿਨ ਤੂੰ ਕਾਲਾ ਹੋ ਜਾਏਗਾ, ਬਹੁਤ ਕਾਲਾ। ਫਿਰ ਤੂੰ ਉਜਲਾ ਨਹੀਂ ਹੋ ਸਕਦਾ। ਫਿਰ ਤੈਨੂੰ ਫਿਰ ਉਹਨਾਂ ਦੀ ਲੋੜ ਪੈਣੀ ਆ ਜਿਹੜੇ ਉਹਦੇ ਵਿੱਚ ਰੰਗੇ ਹੋਏ ਆ ਰੱਬ ਦੇ ਪਿਆਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕੋ ਹਰ ਨਾਮ ਚਿਤਾਰੇ। ਫਿਰ ਉਹਨਾਂ ਰੂਹਾਂ ਦੀ ਲੋੜ ਪੈਣੀ ਆ ਮੁੜ ਕੇ। ਫਿਰ ਉਹਨਾਂ 'ਚ ਜਾ ਕੇ ਬੈਠ, ਫਿਰ ਤੈਨੂੰ ਰੰਗ ਚੜੂਗਾ। ਦੇਖਣ ਨੂੰ ਲੱਗਦਾ ਕੋਲੇ ਦੀ ਕਹਾਣੀ ਆ, ਅਤੇ ਕੋਇਲੇ ਦੀ ਕਹਾਣੀ ਨਹੀਂ, ਬੰਦੇ ਦੀ ਕਹਾਣੀ ਕਹੀ ਉਹਨਾਂ ਨੇ। ਸੰਤਾਂ ਦੀ ਇਹ ਅਵਸਥਾ ਹੁੰਦੀ ਆ
ਗੱਲ ਚੀਜ਼ਾਂ ਦੀ ਕਰਨਗੇ, ਗੱਲ ਰੂਹਾਨੀਅਤ ਕਰਨਗੇ, ਪਰ ਬੰਦੇ ਦੀ ਗੱਲ ਹੁੰਦੀ, ਬੰਦਾ ਰੱਬ ਦੀ ਗੱਲ ਵੀ ਕਰੂ ਬਹੁਤ ਹੇਠਲੀ ਗੱਲ ਕਰੂ। ਆਮ ਬੰਦਾ ਰੱਬ ਬਾਰੇ ਕਹੀ ਵੀ ਜਾਊਗਾ ਇਹ ਰੱਬ ਕਰਦਾ, ਸਭ ਕੁਝ ਕਰਦਾ, ਪਰ ਰਸ ਕੋਈ ਨਹੀਂ ਹੁੰਦਾ ਉਹਦੇ ਕਹਿਣ 'ਚ, ਬੰਦੇ ਦੇ ਹੁੰਦਾ ਨਹੀਂ। ਉੱਪਰੋਂ ਕਹੀ ਜਾਂਦੇ ਹੁੰਦੇ ਆਪਾਂ ਰੱਬ ਜੋ ਕਰਦਾ ਚੰਗਾ ਕਰਦਾ, ਅੰਦਰੋਂ ਆਪਾਂ ਕਹਿੰਦੇ ਹੁੰਦੇ ਹਾਂ ਇਹ ਤਾਂ ਜੀ ਇੱਦਾਂ ਹੋ ਗਿਆ ਸਾਡੇ ਨਾਲ, ਅੰਦਰੋਂ ਦਿਲੇਵੇਂ ਕਹਿੰਦਾ, ਆਪਾਂ ਦੂਜਿਆਂ ਸਾਹਮਣੇ ਕਹਿੰਦੇ ਹਾਂ, ਪਰ ਦਿਲੋਂ ਕਹਿਣਾ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਉਹ ਹਰ ਗੱਲ ਚੰਗੀ ਆ ਜੋ ਤੂੰ ਕਰਦਾ। ਮੇਰੀ ਜ਼ਿੰਦਗੀ 'ਚ ਦੁੱਖ ਵੀ ਆ ਗਿਆ, ਮੈਂ ਬਿਮਾਰ ਵੀ ਹੋ ਗਿਆ, ਕੋਈ ਸੱਜਣ ਪਿਆਰਾ ਵਿਛੋੜਾ ਵੀ ਦੇ ਗਿਆ, ਚਲਿਆ ਗਿਆ, ਘਰ ਵਿੱਚੋਂ ਕੋਈ ਜੀ ਚਲਿਆ ਗਿਆ, ਕੋਈ ਗੁਰਮੁਖ ਕਹਿ ਸਕਦਾ ਰੱਬ ਨੇ ਜੋ ਕੀਤਾ ਚੰਗਾ ਕੀਤਾ। ਬੰਦਾ ਉੱਪਰੋਂ ਕਹਿ ਦੂ ਚਾਰ ਬੰਦਿਆਂ 'ਚ, ਦਿਲੋਂ ਬੰਦਾ ਨਹੀਂ ਕਹਿੰਦਾ। ਇੱਕ ਕਹਾਣੀ ਮੈਂ ਪੜ੍ਹੀ, ਗੋਰਿਆਂ ਦੀ ਕਿਤਾਬ ਆ, ਮੈਨੂੰ ਲੱਗਾ ਵੀ ਕੁਝ ਲੋਕ ਇਹੋ ਜਿਹੇ ਆ ਜਿਨ੍ਹਾਂ ਦਾ ਵਿਸ਼ਵਾਸ ਸਾਡੇ ਨਾਲੋਂ ਵੱਧ ਆ ਰੱਬ 'ਤੇ। ਕੋਈ ਬਜ਼ੁਰਗ ਸੀ, ਬਹੁਤ ਸਿਆਣਾ ਸੀ ਉਹ, ਅਤੇ ਉਹਦੇ ਘਰ ਵਿੱਚ ਇੱਕ ਪੁੱਤਰ ਇਕਲੌਤਾ। ਅਤੇ ਉਹ ਨਾ ਕੀ ਹੋਇਆ ਕਿ ਜੰਗਲ ਦੇ ਵਿੱਚੋਂ ਇੱਕ ਜੰਗਲੀ ਘੋੜਾ ਸੀ, ਉਹਨਾਂ ਦੇ ਘਰ ਵਿੱਚ ਆ ਗਿਆ। ਉਹਨਾਂ ਨੇ ਉਹਨੂੰ ਬੰਨ੍ਹ ਲਿਆ, ਸਾਂਭ ਸੰਭਾਲ ਕੀਤੀ ਅਤੇ ਵਧੀਆ। ਸਾਰੇ ਕਹਿਣ ਵੀ ਤੁਹਾਡੀ ਤਾਂ ਲੋਟਰੀ ਲੱਗ ਗਈ, ਇੰਨਾ ਮਹਿੰਗਾ ਘੋੜਾ ਆਪਣੇ ਆਪ ਹੀ ਆ ਗਿਆ। ਪਹਿਲਾਂ ਮੰਡੀ 'ਚ ਜਾਓ, ਘੋੜੇ ਨੂੰ ਖਰੀਦੋਗੇ, ਪੈਸੇ ਦਿਓਗੇ, ਆਪਣੇ ਆਪ ਹੀ ਆ ਗਿਆ। ਉਹ ਕਹਿਣ ਲੱਗਾ ਮੈਂ ਨਹੀਂ ਕਹਿੰਦਾ ਇਹ ਚੰਗਾ ਜਾਂ ਮਾੜਾ, ਖੁਸ਼ੀ ਗਮੀ ਵਾਲੀ ਮੈਨੂੰ ਨਹੀਂ ਗੱਲ ਆਉਂਦੀ, ਇਹ ਰੱਬ, ਬਸ ਰੱਬ ਦਾ ਰੰਗ ਹੀ ਹੈ ਇੱਕ। ਉਹ ਥੋੜ੍ਹੇ ਦਿਨਾਂ ਬਾਅਦ ਕੀ ਹੋਇਆ, ਘੋੜਾ ਭੱਜ ਗਿਆ ਉਹਨਾਂ ਦਾ। ਅਤੇ ਉਹ ਕਹਿਣ ਲੱਗੇ ਜੀ ਬਹੁਤ ਮਾੜਾ ਹੋਇਆ। ਉਹ ਕਹਿੰਦਾ ਮੈਂ ਹੁਣ ਨਹੀਂ ਕਹਿੰਦਾ ਮਾੜਾ ਹੋਇਆ, ਜੋ ਉਹਦਾ ਰੰਗ ਉਹਦੀ ਮਰਜ਼ੀ। ਬਜ਼ੁਰਗ ਨੇ ਕਿਹਾ, ਉਹ ਅਫਸੋਸ ਕਰਨ ਆਏ, ਪਹਿਲਾਂ ਚਾਅ ਕਰਨ ਆਏ, ਫਿਰ ਅਫਸੋਸ ਕਰਨ, ਕਹਿੰਦੇ ਉਹਦੀ ਮਰਜ਼ੀ। ਉਹ ਹਫ਼ਤੇ ਕੁ ਬਾਅਦ ਆਪਦੇ ਨਾਲ 3-4 ਘੋੜੇ ਹੋਰ ਲੈ ਆਇਆ ਜੰਗਲ 'ਚੋਂ, ਮੁੜ ਆਇਆ ਫਿਰ ਘੋੜਾ। ਉਹ ਫਿਰ ਆ ਗਏ ਪਿੰਡ ਦੇ ਲੋਕ, ਕਹਿੰਦੇ ਜੀ ਤੁਹਾਨੂੰ ਵਧਾਈਆਂ, ਇੱਕ ਗਿਆ 4 ਲੈ ਕੇ ਆਇਆ ਹੋਰ, ਘੋੜੇ ਹੋ ਗਏ ਤੁਹਾਡੇ। ਅਤੇ ਫਿਰ ਉਹ ਕਹਿੰਦਾ ਹਜੇ ਵੀ ਮੈਨੂੰ ਨਹੀਂ ਪਤਾ। ਫਿਰ ਕੀ ਹੋਇਆ, ਉਹ ਘੋੜੇ ਨੂੰ ਸਾਂਭਦਾ ਸੀ ਉਹਦਾ ਪੁੱਤਰ, ਉਹਨੇ ਦਲੱਤਾ ਮਾਰਿਆ ਅਤੇ ਉਹਦੀ ਮੁੰਡੇ ਦੀ, ਉਹਦੇ ਬੇਟੇ ਦੀ ਇਕਲੌਤਾ ਸੀ, ਲੱਤ ਟੁੱਟ ਗਈ, ਮੰਜੇ 'ਤੇ ਬਹਿ ਗਿਆ। ਉਹ ਫਿਰ ਆ ਗਏ ਪਿੰਡ ਦੇ ਲੋਕ, ਕਹਿੰਦੇ ਮਾੜਾ ਹੋਇਆ ਜੀ। ਉਹ ਕਹਿੰਦਾ ਮੈਂ ਹਜੇ ਵੀ ਨਹੀਂ ਆਖਦਾ ਮਾੜਾ ਚੰਗਾ, ਇਹ ਉਹ ਜਾਣਦਾ, ਬਸ ਉਹਦਾ ਰੰਗ ਹੀ ਹੋਣਾ ਕੋਈ। ਉਹ ਉੱਥੇ ਫਿਰ ਸਮਾਂ ਪਿਆ ਅਤੇ ਉਹ ਨਾ ਸਰਹੱਦੀ ਇਲਾਕੇ ਦੇ ਵਿੱਚ ਜੰਗ ਛਿੜ ਗਈ। ਉਹ ਨੌਜਵਾਨਾਂ ਦੀ ਲੋੜ ਸੀ, ਸੈਨਾ ਵਾਲੇ ਆਏ, ਫੌਜੀ ਆਏ, ਉਹ ਪਿੰਡ ਦੇ ਸਾਰੇ ਨੌਜਵਾਨਾਂ ਨੂੰ ਲੈ ਗਏ। ਉਹ ਜਦੋਂ ਵੇਖਿਆ ਇਹਦਾ ਨੌਜਵਾਨ ਬੇਟਾ ਇਕਲੌਤਾ, ਇਹਦੀ ਲੱਤ ਟੁੱਟੀ, ਉਹਨੂੰ ਛੱਡ ਗਏ, ਬਾਕੀਆਂ ਨੂੰ ਲੈ ਗਏ। ਉਹ ਪਿੰਡ ਦੇ ਲੋਕ ਫਿਰ ਇਕੱਠੇ ਹੋ ਕੇ ਆ ਗਏ, ਕਹਿੰਦੇ ਤੁਹਾਡਾ ਪੁੱਤਰ ਤਾਂ ਵਧੀਆ ਹੋ ਗਿਆ, ਚਲੋ ਲਾਤੀ ਟੁੱਟੀ ਜਾਂ ਜਾਨ ਤਾਂ ਨਹੀਂ ਜਾਊਗੀ, ਉੱਥੇ ਗੋਲੀਆਂ ਵਰਦੀਆਂ, ਸਾਡੇ ਪੁੱਤਰਾਂ ਦੀ ਜਾਨ ਜਾ ਸਕਦੀ, ਇਹ ਤੁਹਾਡੀਆਂ ਅੱਖਾਂ ਸਾਹਮਣੇ ਤਾਂ ਹੈਗਾ ਨਾ। ਉਹ ਕਹਿਣ ਲੱਗਾ ਹਜੇ ਵੀ ਤੁਸੀਂ ਕਹੀ ਜਾਂਦੇ ਹੋ, ਹਜੇ ਵੀ ਉਹਦਾ ਰੰਗ ਆ। ਇਹ ਗੋਰਿਆਂ ਦੀ ਕਿਤਾਬ ਆ, ਸਟੋਰੀਜ਼ ਫਰੋਮ ਹੇਅਰ ਐਂਡ ਦੇਅਰ, ਉਹਦੇ ਵਿੱਚ ਪੜ੍ਹਿਆ ਸੀ ਮੈਂ। ਦੇਖੋ ਮਤਲਬ ਇਹ ਨਹੀਂ ਹੈ ਕਿ ਉਹ ਲੋਕ ਜਿਹੜੇ ਆ, ਕਿੰਨਾ ਯਕੀਨ ਸੀ ਉਹ ਬਜ਼ੁਰਗ ਦਾ। ਮੈਂ ਕਹਿਣ ਦਾ ਭਾਵ ਇਹ ਆ ਕਿ ਉਹ ਗੱਲ ਬਣ ਨਹੀਂ ਰਹੀ ਹੈਗੀ ਹਜੇ। ਇਹਨੂੰ ਆਪਾਂ ਕਹਿੰਦੇ ਹਾਂ ਬਖਸ਼ੋ ਜੀ ਭਰੋਸਾ ਦਾਨ, ਸਿੱਖਾਂ ਨੂੰ ਬਖਸ਼ੋ ਜੀ ਸਿਦਕ ਦਾਨ। ਉਹ ਗੱਲ ਬਣ ਨਹੀਂ ਰਹੀ, ਖੇਡ ਨਹੀਂ ਬਣ ਰਹੀ। ਅਤੇ ਪ੍ਰਭ ਕੇ ਸੇਵਕ ਪ੍ਰਭਾਵ ਸਵਾਰੀ। ਤਾਂ ਬਜ਼ੁਰਗ ਕਹਿਣ ਲੱਗਾ ਮੈਨੂੰ ਨਹੀਂ ਪਤਾ, ਇਹ ਵੀ ਉਹਦੀ ਰਜਾ ਹੀ ਆ, ਇਹ ਮੈਂ ਨਹੀਂ ਕਹਿੰਦਾ ਚੰਗਾ ਮਾੜਾ ਕੁਝ ਨਹੀਂ, ਬਸ ਜੋ ਹੋ ਰਿਹਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੇ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ। ਰੰਗ ਉਹਦੇ ਬਹੁਤ ਆ, ਦੁੱਖ ਰੰਗਾ ਸੁੱਖ ਰੰਗਾ, ਖਿੜਨਾ ਮਰਝਾਉਣਾ, ਫੁੱਲ ਕੰਢੇ, ਪੁੰਨਿਆ ਮੱਸਿਆ, ਜਨਮ ਮਰਨ, ਕੀ ਕੁਝ ਨਹੀਂ ਉਹਦੇ ਰੰਗਾਂ 'ਚ ਆਉਂਦਾ, ਸਾਰਾ ਕੁਝ ਹੀ ਆਉਂਦਾ। ਧੁੱਪ ਛਾਂ ਰੰਗ ਆ ਉਹਦੇ। ਤਾਂ ਇਹ ਸਾਰੀਆਂ ਚੀਜ਼ਾਂ ਉਹ ਦਿਖਾਊਗਾ, ਉਹ ਜ਼ਿੰਦਗੀ 'ਚ ਆਉਣਗੀਆਂ ਚੀਜ਼ਾਂ। ਬੰਦਾ ਉਹ ਹੁੰਦਾ ਜਿਹੜਾ ਮੰਨ ਲਵੇ ਹੁਕਮ, ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ। ਉਹਨੂੰ ਗੁਰਸਿੱਖ ਨਹੀਂ ਕਹਿ ਸਕਦੇ ਜਿਹੜਾ ਭਾਣੇ 'ਚ ਨਹੀਂ ਰਹਿੰਦਾ। ਹੋਰ ਭਾਵੇਂ ਹਾਂ ਉਹ ਪਿੰਡ ਦਾ ਕੋਈ ਅਮੀਰ ਵਿਅਕਤੀ ਹੋ ਸਕਦਾ,
ਉਹਦੇ ਕੋਲ ਪ੍ਰੋਪਰਟੀ ਹੋ ਸਕਦੀ ਆ, ਪਲਾਟ ਹੋ ਸਕਦੇ ਆ, ਉਹਦੇ ਕੋਲ ਜ਼ਮੀਨ ਹੋ ਸਕਦੀ ਆ, ਪਰ ਉਹ ਗੁਰਸਿੱਖ ਨਹੀਂ ਹੋ ਸਕਦਾ। ਗੁਰਸਿੱਖ ਹੋਣਾ ਹੋਰ ਗੱਲ ਹੁੰਦੀ ਆ, ਅਮੀਰ ਹੋਣਾ ਹੋਰ ਗੱਲ ਹੁੰਦੀ ਹੈ, ਇੰਜੀਨੀਅਰ ਹੋਣਾ ਵੀ ਹੋਰ ਗੱਲ ਹੁੰਦੀ, ਡਾਕਟਰ ਹੋਣਾ ਵੀ ਹੋਰ ਗੱਲ ਹੁੰਦੀ ਹੈ, ਭਗਤ ਹੋਣਾ ਹੋਰ ਗੱਲ ਹੁੰਦੀ ਹੈ। ਹਾਂ, ਕੋਈ ਭਗਤ ਤੇ ਇੰਜੀਨੀਅਰ ਬਣ ਕੇ ਕੋਈ ਭਗਤ ਬਣ ਜੇ ਉਹ ਗੱਲ ਹੋਰ ਆ, ਪਰ ਭਗਤ ਸਭ ਤੋਂ ਉੱਪਰ ਆ। ਭਗਤ ਬਰਾਬਰ ਔਰ ਨਾ ਕੋਏ, ਪੰਡਤ ਸੂਰ ਛਤਰਪਤ ਰਾਜਾ, ਵਿਦਵਾਨ ਸੂਰਮਾ ਰਾਜਾ, ਇਹ ਬਰਾਬਰੀ ਨਹੀਂ ਕਰ ਸਕਦੇ ਭਗਤ ਦੀ। ਭਗਤ ਰਜਾ ਵਿੱਚ ਰਹਿੰਦਾ। ਇਹਨਾਂ ਨੇ ਮਹਾਰਾਜ ਅੱਗੇ ਲਾਂਭੇ ਜੇ ਦੇਣੇ ਆ ਜਾਂ ਪੈਰ ਛੱਡਣੇ ਆ ਬਾਕੀਆਂ ਨੇ। ਵਿਦਵਾਨ ਨੇ ਆਪਦੀ ਵਿਦਵਾਨੀ ਘੋਟਣੀ ਆ ਅਤੇ ਪੰਡਿਤ ਨੇ ਆਪਦੇ ਆਪ ਨੂੰ ਸਿਆਣਾ ਕਹਿਣਾ। ਯੋਧੇ ਨੇ ਹੰਕਾਰ ਕਰਨਾ ਸਰੀਰ ਦਾ, ਰਾਜੇ ਨੇ ਦੂਜਿਆਂ ਦੇ ਸਿਰ 'ਤੇ ਬਹਿਣਾ। ਭਗਤ ਬਰਾਬਰ ਔਰ ਨਾ ਕੋਈ, ਭਗਤਾਂ ਦੇ ਬਰਾਬਰ ਨਹੀਂ ਹੋ ਸਕਦੇ। ਗੁਰੂ ਸਾਹਿਬ ਕਿਰਪਾ ਕਰਨ ਜੀ। ਜੋ ਆਪਾਂ ਵਿਚਾਰ ਕਰਦੇ ਹਾਂ ਇਹਦੇ 'ਤੇ ਅਮਲ ਵੀ ਕਰੀਏ। ਸਾਰਿਆਂ ਨੂੰ ਗੁਰੂ ਮਹਾਰਾਜ ਸਮੱਤ ਬਖਸ਼ਣ। ਆਪਾਂ ਨੂੰ ਜਿੰਨੀ ਕੁ ਜ਼ਿੰਦਗੀ ਬਚੀ ਆ, ਅਤੇ ਰੇਤ ਦੀ ਕੰਧ ਆ, ਖੁਰ ਜਾਂਗੇ ਇੱਕ ਦਿਨ, ਸਾਰੇ ਸਮਝਦੇ ਹਾਂ, ਪਰ ਮਹਿਸੂਸ ਕਰੀਏ ਵੀ ਜੇ ਖੁਰਨਾ ਉਹਨੂੰ ਆਪਦੇ ਮਾਲਕ ਨੂੰ ਯਾਦ ਕਰਕੇ ਖੁਰਾਂਗੇ। ਜਾਣਾ ਹੀ ਆ ਦੁਨੀਆ ਤੋਂ, ਪਤਾ ਹੀ ਆ ਜਾਣਾ, ਜਾਵਾਂਗੇ ਇਉਂ ਵੀ ਉਹਨੂੰ ਯਾਦ ਕਰ ਕਰਕੇ। ਗੁਰੂ ਸਾਹਿਬ ਬਖਸ਼ ਲੈਣ ਜੀ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ